ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੁਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਨੁਸਾਰ ਸਰਕਾਰ ਪੰਚਾਇਤੀ ਰਾਜ ਪ੍ਰਣਾਲੀ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕਰ ਰਹੀ ਹੈ। ਕਿਹਾ ਕਿ ਪੰਚਾਇਤੀ ਰਾਜ ਪ੍ਰਣਾਲੀ ਵਿੱਚ ਆਧੁਨਿਕ ਤਕਨੀਕ ਦੀ ਵਰਤੋਂ ਦਾ ਪੂਰਾ ਲਾਭ ਮਿਲ ਰਿਹਾ ਹੈ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਈ-ਸ਼੍ਰਮ ਪੋਰਟਲ ਵਿੱਚ ਕੁਝ ਨਵੀਆਂ ਖਾਸੀਅਤਾਂ ਦਾ ਨਵੀਂ ਦਿੱਲੀ ਵਿੱਚ ਕੀਤਾ ਸ਼ੁਭਾਰੰਭ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹਾਲੇ ਤੱਕ ਕੋਈ ਪ੍ਰਾਪਤੀ ਨਹੀਂ ਰਹੀ ਹੈ। ਤੇ ਸਾਇੰਸ ਸਿਟੀ ਕਪੂਰਥਲਾ ਵਿਖੇ ਵਿਸ਼ਵ ਧਰਤੀ ਦਿਵਸ ਸੰਬੰਧੀ ਸਮਾਗਮ ਆਯੋਜਿਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਸ ਸਾਲ 2014 ਤੋਂ ਬਾਅਦ ਪੰਚਾਇਤਾਂ ਲਈ ਬਜਟ ਦੀ ਵੰਡ ਨੂੰ ਵਧਾ ਕੇ 2 ਲੱਖ ਕਰੋੜ ਰੁਪਏ ਤੋਂ ਵੱਧ ਕਰ ਦਿੱਤਾ ਗਿਆ ਹੈ। ਪਹਿਲਾਂ ਇਸ ਬਜਟ ਦੀ ਵੰਡ 70,000 ਕਰੋੜ ਰੁਪਏ ਤੋਂ ਵੀ ਘੱਟ ਸੀ। ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਕੌਮੀ ਪੰਚਾਇਤੀ ਰਾਜ ਦਿਵਸ ਤੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਪਿੰਡਾਂ ਵਿੱਚ ਲੋਕਾਂ ਦਾ ਜੀਵਨ ਆਸਾਨ ਬਣਾਉਣ ਲਈ ਜਿਹੜੀਆਂ ਵੀ ਯੋਜਨਾਵਾਂ ਲਿਆ ਰਹੀ ਹੈ, ਪੰਚਾਇਤਾਂ ਉਹਨਾਂ ਨੂੰ ਪੂਰੀ ਨਿਸ਼ਠਾ ਨਾਲ ਲਾਗੂ ਕਰ ਰਹੀਆਂ ਨੇ। पंचायतों के लिए वित्त आयोग का अनुदान 17,000 करोड़ रुपए से भी कम था। क्या इतनी कम राशि से इतना बड़ा देश, इतनी सारी पंचायतें कैसे अपना काम कर पाती? 2014 में हमारी सरकार आने के बाद पंचायतों को मिलने वाला ये अनुदान 70,000 से बढ़ाकर 2 लाख करोड़ रुपए से ज्यादा हो गया है। ये आंकड़ा भी बताएगा कि हम गांवों के लिए कितने समर्पित हैं। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੰਚਾਇਤੀ ਰਾਜ ਪ੍ਰਣਾਲੀ ਵਿੱਚ ਆਧੁਨਿਕ ਤਕਨੀਕ ਦੀ ਵਰਤੋਂ ਦਾ ਪੂਰਾ ਲਾਭ ਮਿਲ ਰਿਹਾ ਹੈ। आजादी के इस अमृत काल में हम सभी देशवासियों ने विकसित भारत का सपना देखा है और उसे पूरा करने के लिए दिन रात मेहनत कर रहे हैं। भारत को विकसित बनाने के लिए भारत के गांवों की आर्थिक व्यवस्था को विकसित करना जरूरी है। भारत को विकसित बनाने के लिए भारत के गांवों की पंचायत व्यवस्था, पंचायती व्यवस्था को भी विकसित करना जरूरी है। इसी सोच के साथ हमारी सरकार देश की पंचायती राज व्यवस्था को मजबूत करने के लिए लगातार काम कर रही है। ਦੇਸ਼ ਭਰ ਵਿੱਚ ਅੱਜ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਇਆ ਜਾ ਰਿਹਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮੌਕੇ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਦੂਰਅੰਦੇਸ਼ੀ ਵਿਕਾਸ ਵਿੱਚ ਪੰਚਾਇਤਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਨੀਤੀਆਂ ਦੀ ਜ਼ਮੀਨੀ ਬਹਾਲੀ ਦੇ ਉਦੇਸ਼ਾਂ ਨੂੰ ਪੰਚਾਇਤਾਂ ਦੇ ਸਸ਼ਕਤੀਕਰਨ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਸਰਕਾਰ ਨੇ ਆਪਣੀ ਨੀਤੀ ਅਤੇ ਕਾਰਜਾਂ ਨਾਲ ਪੰਚਾਇਤ ਪੱਧਰ ਤੱਕ ਵਿਕਾਸ, ਸਿਹਤ ਅਤੇ ਬੁਨਿਆਦੀ ਸਹੂਲਤਾਂ ਪਹੁੰਚਾ ਕੇ ਪੰਚਾਇਤੀ ਰਾਜ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ। ਇਸ ਨਾਲ ਸੰਸਦ ਅਤੇ ਪੰਚਾਇਤਾਂ ਵਿਚਾਲੇ ਦੂਰੀ ਘਟੀ ਹੈ ਅਤੇ ਸੂਚਨਾਵਾਂ ਦਾ ਤੇਜ਼ੀ ਨਾਲ ਤਬਾਦਲਾ ਸੰਭਵ ਹੋਇਆ ਹੈ। ਭਾਰਤ ਪਹਾੜਾਂ, ਰੇਗਿਸਤਾਨਾਂ, ਬੀਚਾਂ, ਮੈਦਾਨਾਂ ਤੇ ਹੋਰ ਬਹੁਤ ਸਾਰੇ ਸ਼ਾਨਦਾਰ ਲੈਂਡਸਕੇਪਾਂ ਦਾ ਘਰ ਹੈ ਜੋ ਇਸ ਨੂੰ ਵਿਭਿੰਨਤਾ ਵਿੱਚ ਏਕਤਾ ਦੀ ਧਰਤੀ ਬਣਾਉਂਦਾ ਹੈ। ਕੁਦਰਤ ਨੇ ਸਾਨੂੰ ਇਹ ਆਨੰਦ ਪ੍ਰਦਾਨ ਕੀਤਾ ਹੈ ਜਿਸ ਤੋਂ ਅਸੀਂ ਸਬਕ ਲੈ ਸਕਦੇ ਹਾਂ ਅਤੇ ਜੋ ਸਾਡੇ ਰੋਜ਼ਾਨਾ ਜੀਵਨ ਨੂੰ ਪ੍ਰੇਰਿਤ ਕਰ ਸਕਦਾ ਹੈ। 26 ਸਤੰਬਰ 2021 ਨੂੰ ਪ੍ਰਸਾਰਿਤ ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਨੇ ਦਰਿਆਵਾਂ ਤੇ ਸਾਡੇ ਜੀਵਨ ਦੇ ਵਹਾਅ ਨੂੰ ਪ੍ਰਤੀਬਿੰਬਿਤ ਕੀਤਾ ਹੈ। नदियां अपना जल खुद नहीं पीती बल्कि परोपकार के लिए देती है। हमारे लिए नदियां एक भौतिक वस्तु नहीं है,
हमारे लिए नदी एक जीवंत इकाई है और तभी तो हम नदियों को माँ कहते हैं। हमारे कितने ही पर्व हो, त्योहार हो, उत्सव हो, उमंग हो, ये सभी हमारी इन माताओं की गोद में ही तो होते हैं। केंद्रीय सेहत मंत्री डॉक्टर मनसुख मांडविया ने कहा है कि भारत साल 2030 तक ਮਲੇਰੀਆ ਖਤਮ ਕਰਨ ਦੇ ਟੀਚੇ ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮਲੇਰੀਆ ਬਾਰੇ ਏਸ਼ੀਆ ਪ੍ਰਸ਼ਾਂਤ ਆਗੂਆਂ ਦੀ ਨਵੀਂ ਦਿੱਲੀ ਵਿੱਚ ਹੋਈ ਕਾਨਫਰੰਸ ਨੂੰ ਵਰਚੁਅਲ ਤੌਰ ਤੇ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਮਲੇਰੀਆ ਖਾਤਮੇ ਦੀ ਰਣਨੀਤੀ ਲਈ ਭਾਰਤ ਦੁਨੀਆ ਵਿੱਚ ਇੱਕ ਉਦਾਹਰਣ ਵਜੋਂ ਉੱਭਰਿਆ ਹੈ। ਡਾਕਟਰ ਮਾਂਡਵੀਆ ਨੇ ਕਿਹਾ ਕਿ ਭਾਰਤ ਦੀ G20 ਪ੍ਰਧਾਨਗੀ ਦੇ ਮੰਤਰ ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ਮੁਤਾਬਿਕ ਭਾਰਤ ਆਪਣੇ ਵਸੀਲਿਆਂ, ਗਿਆਨ ਅਤੇ ਤਜਰਬਿਆਂ ਨੂੰ ਹੋਰ ਦੇਸ਼ਾਂ ਨਾਲ ਸਾਂਝਾ ਕਰਨ ਵਾਸਤੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਲੇਰੀਆ ਖਾਤਮਾ ਪ੍ਰੋਗਰਾਮ ਦੇ ਕਈ ਪਹਿਲੂ ਨੇ ਜਿਨ੍ਹਾਂ ਵਿੱਚ ਸ਼ੁਰੂ ਤੋਂ ਹੀ ਬਿਮਾਰੀ ਦਾ ਪਤਾ ਲਗਾਉਣਾ, ਉਚਿਤ ਉਪਚਾਰ ਤੇ ਨਿਗਰਾਨੀ ਸ਼ਾਮਲ ਨੇ। ਡਾਕਟਰ ਮਾਂਡਵੀਆ ਨੇ ਕਿਹਾ ਕਿ ਆਸ਼ਾ ਵਰਕਰਾਂ ਨੂੰ ਲੱਛਣਾਂ ਦਾ ਪਤਾ ਲਗਾਉਣ ਅਤੇ ਤੁਰੰਤ ਉਪਚਾਰ ਲਈ ਸਿਖਲਾਈ ਦਿੱਤੀ ਗਈ ਹੈ। ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀਕੇ ਪੌਲ ਨੇ ਕਿਹਾ ਕਿ ਸਾਰਿਆਂ ਦੇ ਯਤਨਾਂ ਤੋਂ ਬਿਨਾਂ ਇਸ ਬਿਮਾਰੀ ਤੇ ਕਾਬੂ ਪਾਉਣਾ ਸੰਭਵ ਨਹੀਂ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਵੀ ਕਾਨਫਰੰਸ ਨੂੰ ਸੰਬੋਧਨ ਕੀਤਾ। ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰੀ ਭੁਪਿੰਦਰ ਯਾਦਵ ਨੇ ਈ-ਸ਼ਰਮ ਪੋਰਟਲ ਵਿੱਚ ਕੁਝ ਨਵੀਆਂ ਖਾਸੀਅਤਾਂ ਦਾ ਅੱਜ ਨਵੀਂ ਦਿੱਲੀ ਵਿੱਚ ਸ਼ੁਭ ਆਰੰਭ ਕੀਤਾ। ਇਸ ਦਾ ਮੰਤਵ ਗੈਰ ਜਥੇਬੰਦਕ ਖੇਤਰ ਦੇ ਕਾਮਿਆਂ ਲਈ ਇਸ ਪੋਰਟਲ ਦੀ ਪ੍ਰਯੋਗਤਾ ਨੂੰ ਵਧਾਉਣਾ ਹੈ। ਹੁਣ ਇਸ ਪੋਰਟਲ ਰਾਹੀਂ ਕਾਮਿਆਂ ਨੂੰ ਰੋਜ਼ਗਾਰ ਦੇ ਮੌਕਿਆਂ, ਹੁਨਰ, ਸਿਖਲਾਈ, ਪੈਨਸ਼ਨ ਯੋਜਨਾ, ਡਿਜੀਟਲ ਹੁਨਰ ਅਤੇ ਹੋਰ ਯੋਜਨਾਵਾਂ ਦੀ ਜਾਣਕਾਰੀ ਮਿਲ ਸਕੇਗੀ। ਪਰਿਵਾਰ ਨਾਲ ਆਉਣ ਵਾਲੇ ਪ੍ਰਵਾਸੀ ਕਾਮਿਆਂ ਲਈ ਬੱਚਿਆਂ ਦੀ ਸਿੱਖਿਆ ਤੇ ਮਹਿਲਾ ਕੇਂਦਰਿਤ ਯੋਜਨਾਵਾਂ ਦੀ ਜਾਣਕਾਰੀ ਉਪਲਬਧ ਕਰਵਾਉਣ ਦੀ ਵਿਵਸਥਾ ਵੀ ਜੋੜੀ ਗਈ ਹੈ। ਸਰਕਾਰ ਨੇ ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਈ-ਸ਼ਰਮ ਡਾਟਾ ਸਾਂਝਾ ਕਰਨ ਲਈ ਡਾਟਾ ਸ਼ੇਅਰਿੰਗ ਪੋਰਟਲ ਦਾ ਵੀ ਸ਼ੁਭ ਆਰੰਭ ਕੀਤਾ ਹੈ। G20 ਦੇ ਵਿੱਤ ਮੰਤਰੀਆਂ ਅਤੇ ਸੈਂਟਰਲ ਬੈਂਕ ਗਵਰਨਰ ਦੀ ਮੀਟਿੰਗ ਅੱਜ ਬੰਗਲੁਰੂ ਵਿੱਚ ਸ਼ੁਰੂ ਹੋਈ। ਭਾਰਤ ਦੀ G20 ਦੀ ਪ੍ਰਧਾਨਗੀ ਵਿੱਚ 2 ਦਿਨ ਦੀ ਇਸ ਮੀਟਿੰਗ ਦੀ ਸਹਿ ਪ੍ਰਧਾਨਗੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਡਾਕਟਰ ਸ਼ਕਤੀਕਾਂਤ ਦਾਸ ਕਰ ਰਹੇ ਨੇ। ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ ਦੀ ਪਹਿਲੀ ਮੀਟਿੰਗ ਵਿੱਚ G20 ਦੇਸ਼ਾਂ ਦੇ ਵਿੱਤ ਮੰਤਰੀ ਅਤੇ ਸੈਂਟਰਲ ਬੈਂਕ ਗਵਰਨਰ ਤੋਂ ਇਲਾਵਾ ਸੱਦੇ ਗਏ ਮੈਂਬਰ ਅਤੇ ਕੌਮਾਂਤਰੀ ਜਥੇਬੰਦੀਆਂ ਦੇ ਮੁਖੀ ਵੀ ਹਿੱਸਾ ਲੈ ਰਹੇ ਨੇ। ਮੀਟਿੰਗ ਵਿੱਚ 21ਵੀਂ ਸਦੀ ਦੀਆਂ ਸਾਂਝੀਆਂ ਚੁਣੌਤੀਆਂ ਦੇ ਹੱਲ ਲਈ ਬਹੁਪੱਖੀ ਵਿਕਾਸ ਬੈਂਕਾਂ ਦੀ ਮਜ਼ਬੂਤੀ ਅਤੇ ਭਵਿੱਖ ਦੇ ਸਮਾਵੇਸ਼ੀ ਸ਼ਹਿਰਾਂ ਦੇ ਵਿੱਤ ਪੋਸ਼ਣ ਬਾਰੇ ਮੁੱਖ ਤੌਰ ਤੇ ਚਰਚਾ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਹੋਣ ਵਾਲੀ ਗੱਲਬਾਤ ਸਾਲ 2023 ਵਿੱਚ G20 ਦੇਸ਼ਾਂ ਦੀ ਮਾਲੀ ਕਾਰਜ ਯੋਜਨਾ ਲਈ ਇੱਕ ਸਪਸ਼ਟ ਰੂਪਰੇਖਾ ਉਪਲਬਧ ਕਰਵਾਏਗੀ। ਸੁਡਾਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਭਾਰਤੀ ਹਵਾਈ ਫੌਜ ਦੇ 2 ਜਹਾਜ਼ ਜੇਦਾ ਵਿੱਚ ਤਿਆਰ ਖੜੇ ਨੇ। ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ INS ਸੁਮੇਧਾ ਵੀ ਸੁਡਾਨ ਦੀ ਬੰਦਰਗਾਹ ਤੇ ਪਹੁੰਚ ਗਿਆ ਹੈ। ਮੰਤਰਾਲਾ ਮੁਤਾਬਿਕ ਕਿਸੇ ਵੀ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਸਾਰੀਆਂ ਤਿਆਰੀਆਂ ਪੂਰੀਆਂ ਨੇ, ਪਰ ਇਹਨਾਂ ਦੀ ਵਰਤੋਂ ਸੁਰੱਖਿਆ ਦੇ ਹਾਲਾਤ ਤੇ ਨਿਰਭਰ ਕਰੇਗੀ, ਜਿਹੜੀ ਖਾਰਤੂਮ ਵਿੱਚ ਵੱਖ-ਵੱਖ ਥਾਵਾਂ ਤੇ ਜ਼ਬਰਦਸਤ ਲੜਾਈ ਦੀਆਂ ਖਬਰਾਂ ਵਿਚਾਲੇ ਅਸਥਿਰ ਬਣੀ ਹੋਈ ਹੈ। ਸੁਡਾਨ ਦਾ ਹਵਾਈ ਖੇਤਰ ਸਾਰੇ ਵਿਦੇਸ਼ੀ ਜਹਾਜ਼ਾਂ ਲਈ ਬੰਦ ਹੈ ਅਤੇ ਜ਼ਮੀਨੀ ਰਸਤੇ ਰਾਹੀਂ ਪਹੁੰਚਣਾ ਵੀ ਜ਼ੋਖਿਮ ਭਰਿਆ ਹੈ। ਸੁਡਾਨ ਵਿੱਚ ਭਾਰਤੀ ਦੂਤਘਰ ਵੀ ਸੰਯੁਕਤ ਰਾਸ਼ਟਰ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਮਿਸਰ ਅਤੇ ਅਮਰੀਕਾ ਨਾਲ ਲਗਾਤਾਰ ਸੰਪਰਕ ਵਿੱਚ ਹੈ। ਪੰਜਾਬ ਸਰਕਾਰ ਨੇ 23 ਅਪ੍ਰੈਲ ਤੱਕ ਘੱਟੋ-ਘੱਟ ਸਮਰਥਨ ਮੁੱਲ ਤੇ ਕਣਕ ਦੀ ਖਰੀਦ ਲਈ ਕਿਸਾਨਾਂ ਨੂੰ 11,394 ਕਰੋੜ ਰੁਪਏ ਦੀ ਅਦਾਇਗੀ ਕਰਕੇ ਇੱਕ ਰਿਕਾਰਡ ਬਣਾਇਆ ਹੈ। ਪਿਛਲੇ ਵਰ੍ਹੇ ਦੇ ਇਸ ਸਮੇਂ ਦੌਰਾਨ 11,288 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਸੀ। ਤਕਰੀਬਨ 3,49,000 ਕਿਸਾਨਾਂ ਨੂੰ ਇਸ ਵਾਰ ਅਦਾਇਗੀ ਕੀਤੀ ਗਈ ਹੈ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂਚਕ ਨੇ ਕਿਹਾ ਕਿ ਇਹ ਰਕਮ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਹਰ ਸਹੂਲਤ ਦੇਣ ਲਈ ਵਚਨਬੱਧ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹਾਲੇ ਤੱਕ ਕੋਈ ਪ੍ਰਾਪਤੀ ਨਹੀਂ ਰਹੀ ਹੈ। ਜਲੰਧਰ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਗੈਂਗਸਟਰਵਾਦ ਤੇ ਡਰੱਗ ਮਾਫੀਆ ਦਾ ਬੋਲਬਾਲਾ ਹੈ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਉਪਲਬਧੀਆਂ ਬੇਮਿਸਾਲ ਰਹੀਆਂ ਨੇ ਅਤੇ ਕੇਂਦਰ ਸਰਕਾਰ ਨੇ ਸਮਾਜ ਦੇ ਹਰ ਵਰਗ ਲਈ ਯੋਜਨਾਵਾਂ ਚਲਾਈਆਂ ਨੇ। ਉਨ੍ਹਾਂ ਲੋਕਾਂ ਨੂੰ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਜਲੰਧਰ ਲੋਕ ਸਭਾ ਹਲਕੇ ਦਾ ਸਰਬਪੱਖੀ ਵਿਕਾਸ ਯਕੀਨੀ ਬਣੇਗਾ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਜਾਣਾ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰ ਨੂੰ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
पार्टी के सूबा प्रधान अश्विनी शर्मा भी इस मौके उन्हां नाल मौजूद सन। इंटर मीडिया प्रचार तालमेल कमेटी IMPCC की एक मीटिंग आज चंडीगढ़ में पत्र सूचना दफ्तर वालों आयोजित की गई। ब्यूरो के वधीक DG उत्तर खेतर राजिंदर चौधरी की प्रधानगी हेठ हुई इस मीटिंग में सरकारी पहलों संबंधी विचारों और सूचनावां के आदान प्रदान बारे चर्चा की गई। अपने संबोधन में राजिंदर चौधरी ने कहा कि सहयोग ते टीम वर्क वक्-वक् सरकारी महकमिਆਂ के यत्नां के नतीजों को वधाउण दा मूल मंत्र है। उन्होंने कहा कि योजनावां की बेहतर मीडिया कवरेज हासिल करने में सार्थक जानकारी और आपसी तालमेल बेहद जरूरी है। मीटिंग विच केंद्र और राज्य सरकार के वक्-वक् महकमिਆਂ ने हिस्सा लिया और अपने विचार साझे किए। साइंस सिटी कपूरथला विखे विश्व धरती दिवस संबंधी एक समागम का आयोजन आज किया गया। भारत सरकार के धरती विज्ञान मंत्रालय के सहयोग नाल करवाए गए समागम को संबोधन करदियां साइंस सिटी के डायरैक्टर जनरल डॉक्टर नीलिमा जैरत ने कहा कि धरती की सेहत को बेहतर बनाने लई सांझे यतन करना समय की अहम जरूरत है। उन्होंने कहा कि वधदी जनसंख्या, जलवायु को प्रभावित करता तापमान, पानी का घटदा पद्धर और जंगलों के घाण के खतरियां समेत ईकोसिस्टम विगाड़ के कई मुद्दों नाल धरती मां इस वेले जूझ रही है। डॉक्टर जैरत ने कहा कि सेहतमंद वातावरण ही धरती के जीवां को तंदुरुस्त सेहत दे सकता है ਅਤੇ ਕੁਦਰਤੀ ਈਕੋਸਿਸਟਮ ਬਚਾਉਣ ਤੇ ਹੋਏ ਨੁਕਸਾਨ ਦੀ ਬਹਾਲੀ ਨਾਲ ਜਿੱਥੇ ਗਰੀਬੀ ਖਤਮ ਹੋਵੇਗੀ ਉੱਥੇ ਹੀ ਜਲਵਾਯੂ ਤਬਦੀਲੀ ਤੇ ਪ੍ਰਜਾਤੀਆਂ ਦੇ ਵਿਨਾਸ਼ ਨੂੰ ਰੋਕਣ ਵਿੱਚ ਮਦਦ ਮਿਲੇਗੀ। ਵਿਸ਼ਵ ਧਰਤੀ ਦਿਵਸ ਮਨਾਉਣ ਦਾ ਇਸ ਵਾਰ ਦਾ ਥੀਮ ਹੈ ਧਰਤੀ ਦੀ ਬਿਹਤਰੀ ਲਈ ਨਿਵੇਸ਼। इंटरनल यूनिवर्सिटी बड़ू साहिब सोलन के प्रो वाइस चांसलर डॉक्टर AS आलूवालिया समेत होरना बुलारियां ने भी अपने विचार साझे किए। जल शक्ति मंत्रालय ने देश भर में पहली बार जल स्रोतों की गणना करवाई है। यह गणना देश के जल स्रोतों की एक व्यापक सूची प्रदान करती है। इस विच कुदरती और मनुखों वालों बनाए गए जल संस्थान जिवें तलाब और झीलां शामिल ने। गणना विच 24,24,000 तो वध जल संस्थानां की गिणती है, जिस विच 23 लाख तो वध जल संस्थावां पेंडू खेतर और तकरीबन 69,000 शहरी खेतरां विच ने। जल स्रोतों की गिणती के मामले में चोटी के 5 सूबे पश्चिम बंगाल, उत्तर प्रदेश, आंध्र प्रदेश, उड़ीसा और असम ने, जिन्हां विच देश के कुल जल स्रोतों का लगभग 63% है। कपूरथला जिले के रिहाना जट्टा विखे संत निरंकारी सत्संग भवन में मानव एकता खूनदान कैंप का आयोजन आज किया गया। भाई कन्हैया जी चैरिटेबल ब्लड बैंक और गुरुद्वारा मिठा टिवाणा के डॉक्टरों की टीम की मौजूदगी में वड्डी गिनती में खूनदानियां ने खूनदान किया। पिंड के सरपंच हरदीप सिंह ने इस कैंप का उद्घाटन किया और पिंड डुमेली तो सरपंच कुलवीर कौर समेत होर पतवंते हाजिर रहे। पंजाब विधान सभा में विरोधी धिर के डिप्टी लीडर डॉक्टर राजकुमार ਚੱਬੇਵਾਲ ने खूनदानियां का उत्साह वधाया। संत निरंकारी मंडल रिहाना जट्टा ब्रांच के नरेंद्रपाल मुखी ने आए हुए मेहमानों का स्वागत किया और दस्सिया कि अजिहे कैंप समय-समय ते लगाए जाते हैं। देश भर में बीते 24 घंटिया दौरान कोविड-19 के 7,178 नवे मामले सामने आए ने। सेहत मंत्रालय मुताबिक इसे म्याद दौरान 9,011 मरीज सेहतयाब भी हुए ने। देश में मौजूदा समय सरगर्म केसां की गिनती 65,683 है और सेहतयाबी दर 98.67% है। देश भर में टीकाकरण मुहिम तहत 220 करोड़ 66 लाख तो वध कोविड रोकू टीके लगाए जा चुके हैं। पिछले 24 घंटिया दौरान 78,342 कोरोना टेस्ट किए गए, जिस मगरों देश भर में कुल टेस्टां की गिनती 92 करोड़ 54 लाख हो गई है। खबरों के बुलेटिन साडी दर्शक RNU DDK जलंधर के YouTube चैनल, फेसबुक पेज और ट्विटर हैंडल से भी वेख सकते हैं। ते बुलेटिन के अखीर में चुणवीं खबरां एक बार फिर तो। प्रधानमंत्री नरेंद्र मोदी अनुसार सरकार पंचायती राज प्रणाली की मजबूती लई लगातार काम कर रही है। कहा कि पंचायती राज प्रणाली में आधुनिक तकनीक की वरतों का पूरा लाभ मिल रहा है। केंद्रीय मंत्री भूपेंद्र यादव ने ई-श्रम पोर्टल में कुछ नवीं खासियतों का नवी दिल्ली में किया शुभ आरंभ। साबका मुख्यमंत्री कैप्टन अमरिंदर सिंह ने कहा कि पंजाब की आम आदमी पार्टी की सरकार की हाले तक कोई प्राप्ति नहीं रही है।
ਤੇ ਸਾਇੰਸ ਸਿਟੀ ਕਪੂਰਥਲਾ ਵਿਖੇ ਵਿਸ਼ਵ ਧਰਤੀ ਦਿਵਸ ਸੰਬੰਧੀ ਸਮਾਗਮ ਆਯੋਜਿਤ। ਤੇ ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ। ਇਜਾਜ਼ਤ ਦਿਓ, ਨਮਸਕਾਰ।